Question 14 to 17, yes or no not given. 14th, government should do more to ensure that food is generally affordable. ਗਵਰਨਮੈਂਟ ਨੂੰ ਚਾਹੀਦਾ ਕਿ ਉਹ ਇਨਸ਼ੋਰ ਕਰੇ ਕਿ ਜਿਹੜਾ ਫੂਡ ਆ ਉਹ ਜਨਰਲੀ ਅਫੋਰਡੇਬਲ ਹੋਵੇ। ਇਸ ਦੇ ਰਿਗਾਰਡਿੰਗ ਕਿਤੇ ਕੋਈ ਰੈਫਰੈਂਸ ਨਹੀਂ ਦਿੱਤਾ ਹੋਇਆ, ਸੋ ਇਹ ਨਾਟ ਗਿਵਨ ਆ। 15th, ਫਾਰਮਰਸ ਨੀਡ ਟੂ ਰਿਡਿਊਸ ਦੀ ਹਾਰਮ ਦੇ ਡੂ ਟੂ ਦੀ ਇਨਵਾਇਰਮੈਂਟ। ਫਾਰਮਰਸ ਨੂੰ ਚਾਹੀਦਾ ਕਿ ਉਹ ਰਿਡਿਊਸ ਕਰਨ ਕਿ ਜਿਹੜਾ ਹਾਰਮ ਉਹ ਕਰ ਰਹੇ ਨੇ ਇਨਵਾਇਰਮੈਂਟ ਨੂੰ। ਇਸ ਸਟੇਟਮੈਂਟ ਦਾ ਰੈਫਰੈਂਸ ਹੈਗਾ, ਕਲੇਮ ਕੀਤਾ ਰਾਈਟਰ ਨੇ ਪੈਰਾਗ੍ਰਾਫ ਏ ਦੇ ਵਿੱਚ। ਫਾਰਮਰਸ ਮਸਟ ਸਕਵੀਜ਼ ਮੋਰ ਆਊਟ ਆਫ ਦੀ ਲੈਂਡ ਵਾਈਲ ਆਲਸੋ ਡਰੈਸਿੰਗ ਦੀ ਨੀਡ ਟੂ ਰਿਡਿਊਸ ਦੇਅਰ ਇਫੈਕਟ ਔਨ ਦੀ ਸੋਇਲ, ਰਿਵਰਸ ਐਂਡ ਇਨਵਾਇਰਮੈਂਟ। ਇੱਥੋਂ ਆ ਕੇ ਫਾਰਮਰਸ ਨੂੰ ਚਾਹੀਦਾ ਕਿ ਸਕਵੀਜ਼ ਕਰਨ ਲੈਂਡ ਦੇ ਉੱਤੋਂ ਜਿੰਨਾ ਹੋ ਸਕਦਾ, ਪਰ ਨਾਲ ਦੀ ਨਾਲ ਉਹਨਾਂ ਨੂੰ ਇਸ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਉਹ ਰਿਡਿਊਸ ਕਰਨ ਆਪਦਾ ਇਫੈਕਟ ਆ ਜਿਹੜਾ ਸੋਇਲ ਦੇ ਉੱਤੇ, ਰਿਵਰਸ ਤੇ ਇਨਵਾਇਰਮੈਂਟ ਦੇ ਉੱਤੇ। ਸੋ ਸਟੇਟਮੈਂਟ ਐਗਰੀ ਕਰਦੀ ਆ ਜਿਹੜਾ ਕਲੇਮ ਰਾਈਟਰ ਦੁਆਰਾ ਕੀਤਾ ਗਿਆ, ਸੋ ਇਹ ਸਟੇਟਮੈਂਟ ਯੈਸ ਆ। 16th, ਇਨ ਦੀ ਫਿਊਚਰ ਫਾਰਮਰਸ ਆਰ ਲਾਈਕਲੀ ਟੂ ਇਨਕਰੀਜ਼ ਦੇਅਰ ਡਿਪੈਂਡੈਂਸੀ ਔਨ ਦੀ ਕੈਮੀਕਲਸ। ਫਿਊਚਰ ਦੇ ਵਿੱਚ ਇਹ ਸੰਭਾਵਨਾ ਕਿ ਫਾਰਮਰਸ ਨੇ ਜਿਹੜੇ ਉਹ ਆਪਦੀ ਡਿਪੈਂਡੈਂਸੀ ਕੈਮੀਕਲਸ ਦੇ ਉੱਤੇ ਇਨਕਰੀਜ਼ ਕਰਨਗੇ। ਪ੍ਰਸੀਜ਼ਨ ਵਿਲ ਬੀ ਦੀ ਅਸੈਂਸ਼ੀਅਲ ਫॉर ਨਿਊ ਮਾਡਲ ਫਾਰਮਸ ਆਫ ਦੀ ਫਿਊਚਰ, ਕਿ ਪ੍ਰਸੀਜ਼ਨ ਆ ਜਿਹੜੀ ਉਹ ਅਸੈਂਸ਼ੀਅਲ ਹੋਊਗੀ, ਨਵੇਂ ਮਾਡਲ ਹੋਣਗੇ ਜਿਹੜੇ ਫਾਰਮਸ ਦੇ ਭਵਿੱਖ ਦੇ ਵਿੱਚ। ਵਾਈ ਕਵਰ ਐਨ ਇੰਟਾਇਰ ਫੀਲਡ ਵਿਦ ਕੈਮੀਕਲਸ ਵੈਨ ਯੂ ਕੈਨ ਸਪਰੇਅ ਦੈਮ ਓਨਲੀ ਵੇਅਰ ਦੇ ਆਰ ਨੀਡਡ। ਤੁਸੀਂ ਸਾਰੇ ਫੀਲਡ ਦੇ ਉੱਤੇ ਕੈਮੀਕਲਸ ਦੇ ਨਾਲ ਸਪਰੇਅ ਕਿਉਂ ਕਰਦੇ ਹੋ ਜਦੋਂ ਤੁਸੀਂ ਉੱਥੇ ਸਪਰੇਅ ਕਰ ਸਕਦੇ ਹੋ ਜਿੱਥੇ ਹੀ ਉਸਦੀ ਜ਼ਰੂਰਤ ਆ। ਈਚ ਪਲਾਂਟ ਕੁਡ ਰਿਸੀਵ ਜਸਟ ਦੀ ਪ੍ਰੋਪਰ ਕੁਆਂਟਿਟੀ ਆਫ ਐਵਰੀਥਿੰਗ। ਹਰੇਕ ਪਲਾਂਟ ਨੂੰ ਜਿੰਨੀ ਉਹਨੂੰ ਜ਼ਰੂਰਤ ਆ ਉਨੀ ਪ੍ਰੋਪਰ ਕੁਆਂਟਿਟੀ ਮਿਲੂਗੀ। ਨੋ ਮੋਰ ਔਰ ਲੈਸ, ਨਾ ਜ਼ਿਆਦਾ ਨਾ ਘੱਟ। ਰਿਡਿਊਸਿੰਗ ਕੈਮੀਕਲ ਯੂਜ਼ ਵਾਈਲ ਇਨਕਰੀਜ਼ਿੰਗ ਯੀਲਡਸ ਇਨ ਏ ਸਿੰਗਲ ਸਟੈਪ। ਇਸ ਸਿੰਗਲ ਸਟੈਪ ਦੇ ਨਾਲ ਯੀਲਡ ਵੱਧ ਜੂ, ਪ੍ਰੋਡਕਸ਼ਨ ਵੱਧ ਜੂ, ਪਰ ਨਾਲ ਦੀ ਨਾਲ ਆਪਣੇ ਕੋਲ ਰਿਡਿਊਸ ਵੀ ਹੋਊਗਾ ਕੈਮੀਕਲ ਯੂਜ਼। ਸੋ ਇਹ ਸਟੇਟਮੈਂਟ ਨੋ ਆ ਕਿਉਂਕਿ ਰਾਈਟਰਸ ਦੇ ਕਲੇਮ ਦੇ ਨਾਲ ਇਹ ਕੰਟਰਾਡਿਕਟ ਕਰਦੀ ਆ। 17th, ਫਾਰਮਸ ਇਨ ਦੀ ਯੂਰਪ ਐਂਡ US ਮੇ ਫਾਈਂਡ ਇਟ ਹਾਰਡ ਟੂ ਅਡੈਪਟ ਟੂ ਪ੍ਰਸੀਜ਼ਨ ਫਾਰਮਿੰਗ। ਇਹ ਸਟੇਟਮੈਂਟ ਵੀ ਨਾਟ ਗਿਵਨ ਆ। ਇੱਥੇ ਇਹਨਾਂ ਨੇ ਇਹ ਤਾਂ ਕਿਹਾ ਹੋਇਆ, ਯੈਟ ਦਿਸ ਇਜ਼ ਈਜ਼ੀਅਰ ਸੈਡ ਦੈਨ ਡਨ। ਦੀ ਲਾਰਜੈਸਟ ਫਾਰਮ ਇਨ ਯੂਰਪ ਐਂਡ ਯੂਨਾਈਟਿਡ ਸਟੇਟਸ ਕੈਨ ਸਪੈਨ ਥਾਊਜ਼ੈਂਡਸ ਆਫ ਏਕਰਸ। That is why precise farming requires automation. Precision farming according to the agriculture engineer requires robot farms. ਪਰ ਇੱਥੇ ਇਹਨਾਂ ਨੇ ਕਿਤੇ ਕੋਈ ਕਲੇਮ ਨਹੀਂ ਕੀਤਾ ਹੈਗਾ ਕਿ ਉਹ ਅਡੈਪਟ ਕਰਨ ਦੇ ਵਿੱਚ ਉਹਨਾਂ ਨੂੰ ਹਾਰਡ ਹੋਊਗਾ ਜਾਂ ਨਹੀਂ, ਸੋ ਇਹ ਨਾਟ ਗਿਵਨ ਆ। 18th, in the future agri-bots will provide dash to young plants. ਭਵਿੱਖ ਦੇ ਵਿੱਚ ਐਗਰੀਬੋਟਸ ਯੰਗ ਪਲਾਂਟਸ ਨੂੰ ਕੀ ਪ੍ਰੋਵਾਈਡ ਕਰਨਗੇ। ਪੈਰਾਗ੍ਰਾਫ B ਦੀ ਫਸਟ ਲਾਈਨ ਹੀ ਆ, ਵਨ ਡੇ ਵੀ ਮੇ ਵਿਟਨੈਸ ਫੀਲਡ ਵਿਦ ਐਗਰੀਬੋਟਸ। ਇੱਕ ਦਿਨ ਹੋਊਗਾ ਕਿ ਆਪਾਂ ਫੀਲਡਸ ਨੂੰ ਐਗਰੀਬੋਟਸ ਦੇ ਨਾਲ ਦੇਖਾਂਗੇ। ਐਗਰੀਕਲਚਰ ਰੋਬੋਟਸ, ਐਗਰੀਬੋਟਸ ਦਾ ਮਤਲਬ ਦੈਟ ਕੈਨ ਰੈਕੋਗਨਾਈਜ਼ ਇੰਡੀਵਿਜੂਅਲ ਸੀਡਲਿੰਗ ਐਂਡ ਸਟੀਮੂਲੇਟ ਦੈਮ ਵਿਦ ਫਰਟੀਲਾਈਜ਼ਰ ਡ੍ਰੌਪਸ। ਜਿਹੜੇ ਕਿ ਰੈਕੋਗਨਾਈਜ਼ ਕਰਨਗੇ ਹਰ ਇੱਕ ਇੰਡੀਵਿਜੂਅਲ ਸੀਡਲਿੰਗ ਨੂੰ ਅਤੇ ਉਹਨੂੰ ਸਟੀਮੂਲੇਟ ਕਰਨਗੇ ਫਰਟੀਲਾਈਜ਼ਰ ਡ੍ਰੌਪਸ ਦੇ ਨਾਲ, ਜਿਸ ਪਲਾਂਟ ਨੂੰ, ਜਿਸ ਸੀਡਲਿੰਗ ਨੂੰ ਜਿੰਨੇ ਦੀ ਜ਼ਰੂਰਤ ਆ। ਇੱਥੋਂ ਇਹ ਇਨਫੋਰਮੇਸ਼ਨ ਮਿਲਦੀ ਹੈ ਕਿ ਫਿਊਚਰ ਦੇ ਵਿੱਚ ਜਿਹੜੇ ਐਗਰੀਬੋਟਸ ਹੋਣਗੇ ਉਹ ਪ੍ਰੋਵਾਈਡ ਕਰਨਗੇ ਫਰਟੀਲਾਈਜ਼ਰ ਯੰਗ ਪਲਾਂਟਸ ਨੂੰ। 19th, ਸਮ ਮਸ਼ੀਨਸ ਵਿਲ ਯੂਜ਼ ਕੈਮੀਕਲਸ ਔਰ ਡੈਸ਼ ਟੂ ਗੈਟ ਰਿਡ ਆਫ ਅਨਵਾਂਟਡ ਪਲਾਂਟਸ। ਕੁਝ ਕੁ ਮਸ਼ੀਨ ਹੋਣਗੀਆਂ ਉਹ ਕੈਮੀਕਲ ਯੂਜ਼ ਕਰਨਗੀਆਂ, ਕੈਮੀਕਲਸ ਦੇ ਨਾਲ ਨਾਲ ਹੋਰ ਕਿਹੜੀ ਚੀਜ਼ ਯੂਜ਼ ਕਰਨਗੀਆਂ ਜਿਸ ਦੇ ਨਾਲ ਉਹ ਅਨਵਾਂਟਡ ਪਲਾਂਟਸ ਨੂੰ ਖਤਮ ਕਰਨਗੇ। ਪੈਰਾਗ੍ਰਾਫ B ਦੇ ਵਿੱਚ ਸੈਕੰਡ ਲਾਈਨ ਤੋਂ ਹੀ ਆ, other devices would recognize troublesome beads from the crops and destroy them with high-powered laser blast or chemical micro dots. other devices ਹੋਣਗੇ, ਇੱਥੇ machines ਲਿਖਿਆ, ਉੱਥੇ other devices ਲਿਖਿਆ। other devices ਦਾ ਮਤਲਬ ਆਪਾਂ ਇਸ ਤੋਂ ਪਹਿਲਾਂ ਐਗਰੀਬੋਟਸ ਦੀ ਗੱਲ ਕਰਕੇ ਆਏ ਸੀ, ਜੋ ਫਰਟੀਲਾਈਜ਼ਰ ਦੀਆਂ ਡ੍ਰੌਪਸ ਦੇਣਗੇ ਇੰਡੀਵਿਜੂਅਲ ਸੀਡਲਿੰਗ ਨੂੰ। ਅਤੇ ਅਦਰ ਡਿਵਾਈਸਿਸ ਹੋਣਗੇ ਉਹ ਰਿਕੋਗਨਾਈਜ਼ ਕਰਨਗੇ, ਪਛਾਣਨਗੇ ਉਹਨਾਂ ਟਰਬਲਸਮ ਬੀਡਸ ਨੂੰ ਜਿਹੜੇ ਕਿ ਕ੍ਰੌਪਸ ਨੂੰ ਨੁਕਸਾਨ ਪਹੁੰਚਾਉਣਗੇ ਅਤੇ ਉਹਨਾਂ ਨੂੰ ਡਿਸਟਰੋਏ ਕਰਨਗੇ। ਡਿਸਟਰੋਏ ਕਿਵੇਂ ਕਰਨਗੇ? ਵਿਦ ਹਾਈ ਪਾਵਰਡ ਲੇਜ਼ਰ ਬਲਾਸਟ ਔਰ ਕੈਮੀਕਲ ਮਾਈਕਰੋ ਡਾਟ। ਕੈਮੀਕਲਸ ਤਾਂ ਇੱਥੇ ਦਿੱਤਾ ਹੀ ਹੋਇਆ, ਵਨ ਵਰਡ ਦੀ ਲਿਮਿਟ ਆ, ਸੋ ਆਪਾਂ ਇੱਥੇ ਲੇਜ਼ਰਸ ਲਿਖਾਂਗੇ, ਹਾਈ ਪਾਵਰਡ ਲੇਜ਼ਰ ਨਹੀਂ ਲਿਖ ਸਕਦੇ। ਉਹ ਕੈਮੀਕਲਸ ਯੂਜ਼ ਕਰਨਗੇ ਅਤੇ ਲੇਜ਼ਰ ਯੂਜ਼ ਕਰਨਗੇ ਟੂ ਗੈਟ ਰਿਡ ਆਫ ਅਨਵਾਂਟਡ ਪਲਾਂਟਸ। 20, it is the production of dash which currently uses most machinery on farms.
ਕਿਸ ਦੀ ਪ੍ਰੋਡਕਸ਼ਨ ਦੇ ਲਈ ਫਾਰਮਸ ਦੇ ਉੱਤੇ ਕਰੰਟਲੀ ਸਭ ਤੋਂ ਜ਼ਿਆਦਾ ਮਸ਼ੀਨਰੀ ਯੂਜ਼ ਹੁੰਦੀ ਆ? ਇਸ ਦਾ ਆਨਸਰ ਵੀ ਪੈਰਾਗ੍ਰਾਫ ਬੀ ਦੇ ਵਿੱਚ ਹੀ ਆ। ਫਾਰਮਿੰਗ ਹੈਜ਼ ਆਲਰੇਡੀ ਬਿਕਮ ਐਨ ਇੰਡਸਟਰੀਅਲ ਸਕੇਲ ਐਂਟਰਪ੍ਰਾਈਜ਼ in much of the world after more than a century of mechanization, with cereal farms being the most intensely mechanized। ਇੱਥੇ ਹੀ ਦਿੱਤਾ ਹੋਇਆ ਕਿ ਜਿਹੜੀ ਫਾਰਮਿੰਗ ਆ ਆਲਰੇਡੀ ਇੱਕ ਇੰਡਸਟਰੀਅਲ ਸਕੇਲ ਐਂਟਰਪ੍ਰਾਈਜ਼ ਬਣ ਚੁੱਕੀ ਆ ਤੇ ਸੀਰੀਅਲ ਫਾਰਮਸ ਨੇ ਜਿਹੜੇ ਸਭ ਤੋਂ ਵੱਧ ਮੈਕਨਾਈਜ਼ਡ ਨੇ। ਸੀਰੀਅਲ ਦੀ ਪ੍ਰੋਡਕਸ਼ਨ ਦੇ ਵਿੱਚ ਸਭ ਤੋਂ ਵੱਧ ਮਸ਼ੀਨਰੀ ਯੂਜ਼ ਹੁੰਦੀ ਆ ਫਾਰਮਸ ਦੇ ਉੱਤੋਂ। ਇੱਥੋਂ ਆਪਾਂ ਉਹ ਨੈਕਸਟ 21 ਡੈਸ਼ ਬਿਟਵੀਨ ਮਸ਼ੀਨਸ ਸੱਚ ਐਜ਼ ਟਰੈਕਟਰਸ ਇਜ਼ ਮੇਕਿੰਗ ਫਾਰਮ ਮੋਰ ਐਫੀਸ਼ੀਐਂਟ। ਮਸ਼ੀਨਸ ਦੇ ਵਿੱਚ ਜਿਵੇਂ ਟਰੈਕਟਰ ਦੇ ਵਿੱਚ ਕੀ ਆ ਜਿਹਦੇ ਕਰਕੇ ਫਾਰਮਿੰਗ ਹੋਰ ਐਫੀਸ਼ੀਐਂਟ ਹੋ ਰਹੀ ਹੈ। ਪੈਰਾਗ੍ਰਾਫ ਸੀ ਦੀ 4th ਲਾਈਨ ਤੋਂ ਪੜ੍ਹਦੇ ਹਾਂ। ਮੈਨੀ ਸੈਲਫ ਸਟੇਅਰ ਯੂਟੀਲਾਈਜ਼ GPS ਟੂ ਟਰੈਵਲ ਏ ਫੀਲਡ ਐਂਡ ਕੈਨ ਈਵਨ ਸਪੀਕ ਟੂ ਦੇਅਰ ਇਕੁਇਪਮੈਂਟ ਸੱਚ ਐਜ਼ ਪਲੋ ਔਰ ਸਪਰੇਅਰ ਐਂਡ ਦੀ ਇੰਪਲੀਮੈਂਟੇਸ਼ਨ ਕੈਨ ਰਿਸਪੌਂਡ ਬਾਈ ਵਾਰਨਿੰਗ ਦੀ ਟਰੈਕਟਰ ਦੈਟ ਇਟ ਇਜ਼ ਟਰੈਵਲਿੰਗ ਟੂ ਕੁਇਕਲੀ ਔਰ ਦੈਟ ਇਟ ਸ਼ੁੱਡ ਗੋ ਟੂ ਦੀ ਲੈਫਟ। ਬਹੁਤ ਸਾਰੇ ਸੈਲਫ ਸਟੀਅਰ ਨੇ ਕਿ ਖੁਦ ਮੁੜਦੇ ਨੇ ਅਤੇ ਉਹ ਯੂਟੀਲਾਈਜ਼ ਕਰਦੇ ਨੇ GPS ਫੀਲਡ ਦੇ ਵਿੱਚ ਜਿਹਦੇ ਕਰਕੇ ਉਹ ਟਰੈਵਲ ਕਰਦੇ ਨੇ ਅਤੇ ਨਾ ਉਹ ਸਪੀਕ ਵੀ ਕਰਦੇ ਨੇ ਆਪਦੇ ਇਕੁਇਪਮੈਂਟ ਦੇ ਨਾਲ, ਜਿਵੇਂ ਕੋਈ ਹਲ ਹੋ ਗਿਆ, ਕੋਈ ਸਪਰੇਅਰ ਹੋ ਗਿਆ। ਅਤੇ ਇਹੀ ਇੰਪਲੀਮੈਂਟੇਸ਼ਨ ਨੇ ਜਿਹੜੇ ਵਾਰਨਿੰਗਸ ਦਿੰਦੇ ਨੇ ਟਰੈਕਟਰ ਨੂੰ ਕਿ ਉਹ ਜ਼ਿਆਦਾ ਕੁਇਕਲੀ ਤੁਰ ਰਿਹਾ, ਭੱਜ ਰਿਹਾ ਜਾਂ ਉਹਨੂੰ ਖੱਬੇ ਪਾਸੇ ਨੂੰ ਜਾਣਾ ਚਾਹੀਦਾ। ਅਤੇ ਆਪਣਾ ਆਨਸਰ ਇੱਥੋਂ ਆ This type of communication is being explored in other agriculture vehicles as well। ਅਤੇ ਇਹੀ ਜਿਹੜੀ ਕਮਿਊਨੀਕੇਸ਼ਨ ਆ ਉਹ ਐਗਰੀਕਲਚਰ ਵਹੀਕਲਸ ਦੇ ਬਾਕੀਆਂ ਦੇ ਵਿੱਚ ਵੀ ਐਕਸਪਲੋਰ ਕੀਤੀ ਜਾ ਰਹੀ ਹੈ। ਸੋ ਇੱਥੋਂ ਇਹਦਾ ਆਪਣਾ ਆਨਸਰ ਆ ਕਮਿਊਨੀਕੇਸ਼ਨ ਬਿਟਵੀਨ ਮਸ਼ੀਨਸ। ਇੱਕ ਤਰ੍ਹਾਂ ਦੀ ਕਮਿਊਨੀਕੇਸ਼ਨ ਆ ਜਿੱਥੇ ਉਹ ਸੈਲਫ ਸਟੇਅਰ ਵੀ ਕਰਦੇ ਨੇ, ਉਹ ਆਪਦੇ ਹਲ ਦੇ ਨਾਲ ਜਾਂ ਸਪਰੇਅਰ ਦੇ ਨਾਲ ਸਪੀਕ ਕਰਦੇ ਨੇ ਕਿ ਕਮਿਊਨੀਕੇਸ਼ਨ ਕਰਦੇ ਨੇ, ਠੀਕ ਹੈ, ਕਿ ਕਿੰਨਾ ਕਿੱਥੇ ਜਾਣਾ ਚਾਹੀਦਾ ਅਤੇ ਟਰੈਕਟਰ ਨੂੰ ਸੰਕੇਤ ਦਿੰਦੇ ਨੇ ਕਿ ਉਹ ਜ਼ਿਆਦਾ ਤੇਜ਼ ਤੁਰ ਰਿਹਾ ਜਾਂ ਉਹਨੂੰ ਖੱਬੇ ਪਾਸੇ ਨੂੰ ਜਾਣਾ ਚਾਹੀਦਾ। ਇੱਕ ਤਰ੍ਹਾਂ ਦੀ ਕਮਿਊਨੀਕੇਸ਼ਨ ਆ। 22 ਸਾਈਮਨ ਬਲੈਕਮੋਰ। ਇਸ ਦਾ ਰੈਫਰੈਂਸ ਪੈਰਾਗ੍ਰਾਫ ਡੀ ਦੇ ਵਿੱਚ ਆ। Nonetheless, when a completely autonomous system hit the road, they won't look like tractors। ਜਦੋਂ ਆਟੋਨੋਮਸ ਸਿਸਟਮ ਆਉਣਗੇ ਤਾਂ ਉਹ ਟਰੈਕਟਰਾਂ ਦੇ ਵਰਗੇ ਨਹੀਂ ਲੱਗਣਗੇ। ਬਿਕੋਜ਼ ਦੇਅਰ ਮੈਸਿਵ ਸਾਈਜ਼ ਐਂਡ ਵੇਟ ਟੂਡੇਜ਼ ਐਗਰੀਕਲਚਰ ਟਰੈਕਟਰ ਹੈਵ ਸਬਸਟੈਂਸ਼ੀਅਲ ਡਰਾਬੈਕਸ। ਉਹਨਾਂ ਦਾ ਵੱਡਾ ਸਾਈਜ਼ ਅਤੇ ਜ਼ਿਆਦਾ ਭਾਰ ਟੂਡੇ ਐਗਰੀਕਲਚਰ ਟਰੈਕਟਰ ਦਾ ਉਹ ਇੱਕ ਤਰ੍ਹਾਂ ਦਾ ਡਰਾਬੈਕ ਆ। ਦੇ ਕੰਪਰੈਸ ਦੀ ਸੋਇਲ, ਲਿਮਿਟਿੰਗ porosity and eliminating beneficial life resulting in poor crop growth। Simon Blackmore, an agriculture technology researcher at Harper Adams University College in England, believes fleets of lightweight autonomous robots have the potential to solve this problem and that replacing brute force with precision is key। ਉਹ ਇਹ ਬਲੀਵ ਕਰਦਾ ਕਿ ਜਿਹੜੇ ਝੁੰਡ ਹੋਣਗੇ ਆਪਣੇ ਕੋਲ ਲਾਈਟ ਵੇਟ ਆਟੋਨੋਮਸ ਰੋਬੋਟਸ ਦੇ, ਉਹਨਾਂ ਕੋਲ ਇਹ ਪੋਟੈਂਸ਼ੀਅਲ ਆ ਇਸ ਪ੍ਰੋਬਲਮ ਨੂੰ ਸੋਲਵ ਕਰਨ ਦਾ। ਕਿਸ ਪ੍ਰੋਬਲਮ ਨੂੰ? ਕਿ ਆਪਣੇ ਕੋਲ ਜਿਹੜੀ ਸੋਇਲ ਕੰਪਰੈਸ ਹੋ ਜਾਂਦੀ ਆ ਉਹਦੇ ਵਿੱਚ ਜਿਹੜੀ ਆਪਣੇ ਕੋਲ ਪੋਰੋਸਿਟੀ ਹੋ ਜਾਂਦੀ ਉਹ ਲਿਮਿਟ ਹੋ ਜਾਂਦੀ ਆ ਅਤੇ ਜਿਹੜੀ ਬੈਨੀਫਿਸ਼ੀਅਲ ਲਾਈਫ ਹੁੰਦੀ ਆ ਆਪਣੇ ਕੋਲ ਉਹ ਤਾਂ ਜਮਾਂ ਖਤਮ ਹੀ ਹੋ ਜਾਂਦੀ ਆ, ਜਿਹਦੇ ਕਰਕੇ ਕ੍ਰੌਪਸ ਦੀ ਪੂਰ ਗਰੋਥ ਆਉਂਦੀ ਆ। ਪਰ ਜਿਹੜੇ ਆਪਣੇ ਕੋਲ ਹਲਕੇ ਆਟੋਨੋਮਸ ਰੋਬੋਟਸ ਹੋਣਗੇ ਉਹ ਇਹ ਪ੍ਰੋਬਲਮ ਨੂੰ ਸੋਲਵ ਕਰ ਦੇਣਗੇ। ਅਤੇ ਇੱਕ ਚੀਜ਼ ਹੋਰ ਆ, ਉੱਥੇ ਨਾ ਪਾਵਰ ਦੀ ਜ਼ਰੂਰਤ ਨਹੀਂ ਹੈਗੀ ਆਪਣੇ ਕੋਲ ਖੇਤਾਂ ਦੇ ਵਿੱਚ। ਇਸ ਦੇ ਸਾਈਮਨ ਦੇ ਅਕੋਰਡਿੰਗ ਆਪਾਂ ਨੂੰ ਪ੍ਰਸੀਜ਼ਨ ਦੀ ਜ਼ਰੂਰਤ ਆ। ਐਗਜ਼ੈਕਟਲੀ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਆ ਉੱਥੇ ਉਹ ਹੋਵੇ, ਪਾਵਰ ਦੀ ਕੋਈ ਜ਼ਰੂਰਤ ਨਹੀਂ ਹੈਗੀ। ਉਹਨੇ ਇਹ ਰੈਫਰੈਂਸ ਇੱਥੇ ਦਿੱਤਾ ਨੈਕਸਟ। ਇਹ ਸੀਡ ਰਿਕੁਆਇਰਸ ਓਨਲੀ 1 ਕਿਊਬਿਕ ਸੈਂਟੀਮੀਟਰ ਆਫ ਸੋਇਲ ਟੂ ਫਲੋਰਿਸ਼। ਇੱਕ ਸੀਡ ਨੂੰ 1 ਕਿਊਬਿਕ ਸੈਂਟੀਮੀਟਰ ਹੀ ਚਾਹੀਦਾ ਫਲੋਰਿਸ਼ ਹੋਣ ਦੇ ਲਈ। We can cultivate with very little energy and the plant will still develop wonderfully। ਅਤੇ ਉਹਨੇ ਇਹ ਵੀ ਕਿਹਾ ਕਿ ਕਲਟੀਵੇਟ ਕਰਨ ਦੇ ਲਈ ਨਾ ਆਪਾਂ ਨੂੰ ਬਹੁਤ ਘੱਟ ਐਨਰਜੀ ਦੀ ਜ਼ਰੂਰਤ ਆ ਅਤੇ ਉਸ ਐਨਰਜੀ ਦੇ ਨਾਲ ਜਿਹੜਾ ਪਲਾਂਟ ਆ ਉਹ ਫਿਰ ਵੀ ਵੰਡਰਫੁਲੀ ਡਿਵੈਲਪ ਹੋਊਗਾ ਹੀ ਹੋਊਗਾ। ਆਪਾਂ ਨੂੰ ਟਰੈਕਟਰਾਂ ਦੀ ਐਡੇ ਵੱਡੇ ਵੱਡੇ ਚੀਜ਼ਾਂ ਦੀ ਜ਼ਰੂਰਤ ਨਹੀਂ ਹੈਗੀ, ਆਪਾਂ ਨੂੰ ਸਿਰਫ ਲਾਈਟ ਵੇਟ ਆਟੋਨੋਮਸ ਰੋਬੋਟ ਚਾਹੀਦੇ ਨੇ, ਉਹੀ ਇਸ ਪ੍ਰੋਬਲਮ ਨੂੰ ਸੋਲਵ ਕਰਨਗੇ। ਸੋ ਇੱਥੋਂ ਇਹਦਾ ਆਨਸਰ ਵੀ ਨੀਡ ਮਸ਼ੀਨਸ ਆਫ ਦੀ ਫਿਊਚਰ ਟੂ ਬੀ ਐਗਜ਼ੈਕਟ। ਇੱਥੇ ਐਗਜ਼ੈਕਟ ਲਿਖਿਆ, ਇੱਥੇ ਲਿਖਿਆ ਪ੍ਰਸੀਜ਼ਨ। ਐਗਜ਼ੈਕਟ ਮਤਲਬ ਕਿ ਜਿੱਥੇ ਜਿਹਦੀ ਜ਼ਰੂਰਤ ਆ, ਇੱਕ ਪਲਾਂਟ ਨੂੰ ਜਿੰਨੀ ਕੁ ਜ਼ਰੂਰਤ ਆ ਬਸ ਉਹਨੂੰ ਉਨੀ ਕੁ ਐਨਰਜੀ ਦਿੱਤੀ ਜਾਵੇ, ਨਾਟ ਮੋਰ ਪਾਵਰਫੁਲ। ਸਾਨੂੰ ਸਾਡੀਆਂ ਮਸ਼ੀਨਾਂ ਫਿਊਚਰ ਦੀਆਂ ਐਗਜ਼ੈਕਟ ਚਾਹੀਦੀਆਂ ਨੇ, ਸਹੀ ਚਾਹੀਦੀਆਂ ਨੇ, ਪਾਵਰਫੁਲ ਨਹੀਂ ਚਾਹੀਦੀਆਂ। ਐਲਡਰਟ ਵੈਨ ਹੈਂਟਨ, ਪੈਰਾਗ੍ਰਾਫ ਡੀ ਦੇ ਵਿੱਚ ਹੀ ਆਏ। ਅਕੋਰਡਿੰਗ ਟੂ
Albert Van Hatten, a robotic researcher at Wageningen University in the Netherlands, there is another reason why automation may be the way forward. ਕਹਿੰਦਾ another reason ਵੀ ਆ ਕਿ ਇੱਕ ਨਾ ਆਪਣੇ ਕੋਲ forward way ਹੋਊਗਾ. As the population grows and has to fed, a progressively declining number of individuals are prepared to work in agriculture, he observes. Eldred ਦੇ ਅਕੋਰਡਿੰਗ ਇੱਕ ਅਨਦਰ ਰੀਜ਼ਨ ਇਹ ਵੀ ਆ ਕਿ ਜਿਹੜੀ ਆਟੋਮੇਸ਼ਨ ਆ ਉਹ ਨਾ ਇੱਕ ਭਵਿੱਖ ਦਾ ਰਸਤਾ ਹੋਊ, ਫਾਰਵਰਡ ਵੇ ਹੋਊ. ਕਿਉਂ? ਐਜ਼ ਦੀ ਪਾਪੂਲੇਸ਼ਨ ਗਰੋਜ਼, ਜਿਵੇਂ ਕਿ ਪਾਪੂਲੇਸ਼ਨ ਵੱਧਦੀ ਆ, ਜਨਸੰਖਿਆ ਵੱਧਦੀ ਆ, ਉਹਨਾਂ ਨੂੰ ਨਾ ਖਵਾਉਣਾ ਵੀ ਪੈਣਾ. ਪਰ ਇਹ ਪ੍ਰੋਗਰੈਸਿਵਲੀ ਡਿਕਲਾਈਨਿੰਗ ਨੰਬਰ ਆਫ ਇੰਡੀਵਿਜੂਅਲਸ ਆਰ ਪ੍ਰਪੇਅਰ ਟੂ ਵਰਕ ਇਨ ਦੀ ਐਗਰੀਕਲਚਰ. ਪਰ ਐਗਰੀਕਲਚਰ ਫੀਲਡ ਦੇ ਵਿੱਚ ਕੰਮ ਕਰਨ ਵਾਲਿਆਂ ਦਾ ਜਿਹੜਾ ਨੰਬਰ ਆ ਉਹ ਪ੍ਰੋਗਰੈਸਿਵਲੀ ਡਿਕਲਾਈਨ ਹੁੰਦਾ ਜਾ ਰਿਹਾ. ਲੋਕ ਤਾਂ ਕਰਨਗੇ ਨਹੀਂ, ਫਿਰ ਕਿੱਥੋਂ ਕਰਨਾ ਪਊਗਾ? ਫਿਰ ਉਹਨਾਂ ਨੂੰ ਆਟੋਮੇਸ਼ਨ ਉੱਥੇ ਕੰਮ ਆਊਗੀ. ਇਸੇ ਕਰਕੇ ਉਹ ਕਹਿੰਦਾ ਕਿ ਫਾਰਵਰਡ ਵੇ ਹੋ ਸਕਦਾ. ਅਤੇ ਉਸ ਦੇ ਅਕੋਰਡਿੰਗ ਐਫ ਆਨਸਰ ਆ, ਦੇਅਰ ਇਜ਼ ਏ ਸ਼ਾਰਟੇਜ ਆਫ EMPLOYEES ਇਨ ਦੀ ਫਾਰਮਿੰਗ ਇੰਡਸਟਰੀ. ਸ਼ਾਰਟੇਜ ਮਤਲਬ ਕਿ ਕਮੀ ਹੈ EMPLOYEES ਦੀ, ਕੰਮ ਕਰਨ ਵਾਲਿਆਂ ਦੀ ਫਾਰਮਿੰਗ ਇੰਡਸਟਰੀ ਦੇ ਵਿੱਚ. 24 ਲਿੰਡਾ ਕੈਲਵਿਨ ਐਂਡ ਫਿਲਿਪ ਮਾਰਟਿਨ. ਪੈਰਾਗ੍ਰਾਫ ਡੀ ਦੀ ਹੀ ਨੈਕਸਟ ਲਾਈਨਸ ਦੇ ਵਿੱਚ, Kelvin and Martin have previously noticed how increased labor costs have resulted in development of labor-saving farm technologies. ਕੈਲਵਿਨ ਤੇ ਮਾਰਟਿਨ ਨੇ ਪ੍ਰੀਵੀਅਸਲੀ ਨੋਟਿਸ ਕੀਤਾ ਕਿ ਕਿਵੇਂ ਇਨਕਰੀਜ਼ਡ ਲੇਬਰ ਕਾਸਟ ਨੇ ਰਿਜ਼ਲਟ ਕੀਤਾ ਕਿ ਡਿਵੈਲਪਮੈਂਟ ਹੋਈ ਆਪਣੇ ਕੋਲ ਲੇਬਰ ਸੇਵਿੰਗ ਫਾਰਮ ਟੈਕਨੋਲੋਜੀਜ਼ ਦੀ, ਕਿ ਜਿਹੜੀ ਲੇਬਰ ਕਾਸਟ ਸੀ ਉਹ ਵੱਧਦੀ ਜਾ ਰਹੀ ਸੀ. ਲੇਬਰ ਕਾਸਟ ਕੰਮ ਕਰਨ ਵਾਲਿਆਂ ਖੇਤਾਂ ਦੇ ਵਿੱਚ ਜਾਂ ਫੀਲਡ ਦੇ ਵਿੱਚ ਫਾਰਮਸ ਦੇ ਉੱਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਜਿਹੜੀ ਮਜ਼ਦੂਰੀ ਸੀ, ਉਸ ਦਾ ਜਿਹੜਾ ਖਰਚ ਸੀ ਉਹ ਵੱਧਦਾ ਜਾ ਰਿਹਾ ਸੀ. ਉਸ ਦਾ ਰਿਜ਼ਲਟ ਇਹ ਹੋਇਆ ਕਿ ਲੇਬਰ ਸੇਵਿੰਗ ਫਾਰਮ ਟੈਕਨੋਲੋਜੀਜ਼ ਦੀ ਡਿਵੈਲਪਮੈਂਟ ਹੋਈ. ਸਾਈਟਿੰਗ ਦੀ ਰਾਈਜ਼ਨ ਸੈਕਟਰ ਐਜ਼ ਐਨ ਐਗਜ਼ਾਮਪਲ, ਇੱਥੇ ਉਹਨਾਂ ਨੇ ਐਗਜ਼ਾਮਪਲ ਵੀ ਦਿੱਤੀ ਆ. ਇਹ ਰਿਕਾਰਡ ਹਾਰਵੈਸਟ ਇਨ 2000 ਡਰੋਪ ਡਾਊਨ ਪ੍ਰਾਈਸਿਸ ਐਂਡ ਵਿਦ ਅਰਨਿੰਗ ਕੰਸਟ੍ਰੇਨਡ ਫਾਰਮਰ ਸੌਟ ਏ ਸੋਲਿਊਸ਼ਨ. 2000 ਦੇ ਵਿੱਚ ਜਿਹੜੇ ਪ੍ਰਾਈਸਿਸ ਸੀ ਉਹ ਨਾ ਗਿਰ ਗਏ ਅਤੇ ਜਿਹੜੀ ਉਹਨਾਂ ਦੀ ਅਰਨਿੰਗ ਸੀ ਫਾਰਮਰਸ ਦੀ ਉਹ ਵੀ ਰੁਕ ਗਈ, ਅਤੇ ਫਾਰਮਰਸ ਨੇ ਇੱਕ ਸੋਲਿਊਸ਼ਨ ਲੱਭਿਆ. ਵਿਦ ਲੇਬਰ ਬੀਂਗ ਵਨ ਆਫ ਦੇਅਰ ਮੇਜਰ ਐਕਸਪੈਂਡੀਚਰ. ਲੇਬਰ ਮਜ਼ਦੂਰੀ ਹੀ, ਕੰਮ ਕਰਨ ਵਾਲਿਆਂ ਦੀ ਮਜ਼ਦੂਰੀ ਹੀ ਉਹਨਾਂ ਦਾ ਸਭ ਤੋਂ ਵੱਡਾ ਐਕਸਪੈਂਡੀਚਰ ਸੀ. 42% ਆਫ ਪ੍ਰੋਡਕਸ਼ਨ ਐਕਸਪੈਂਸਿਸ ਔਨ ਦੀ US ਫੀਲਡ ਔਨ ਐਵਰੇਜ. US ਦੇ ਖੇਤਾਂ ਦੇ ਵਿੱਚ 42% ਪ੍ਰੋਡਕਸ਼ਨ ਐਕਸਪੈਂਸਿਸ ਇੱਥੇ ਦਾ ਹੀ ਸੀ. ਦੇ ਬਿਗਨ ਇੰਪਲੋਇੰਗ ਏ ਮੈਕਨਾਈਜ਼ਡ ਹਾਰਵੈਸਟਰ ਮੋਡੀਫਾਈਡ ਫਰੋਮ ਵਾਈਨ ਮੇਕਰਸ ਇਕਵਿਪਮੈਂਟ. ਇਸ ਲੇਬਰ ਕਾਸਟ ਨੂੰ ਬਚਾਉਣ ਦੇ ਲਈ ਉਹਨਾਂ ਨੇ ਇੱਕ ਹਾਰਵੈਸਟਰ ਯੂਜ਼ ਕੀਤਾ ਜਿਹੜਾ ਕਿ ਵਾਈਨ ਮੇਕਰ ਇਕਵਿਪਮੈਂਟ ਦਾ ਮੋਡੀਫਾਈਡ ਵਰਜ਼ਨ ਸੀ. 2007 ਤੱਕ ਹਾਫ ਆਫ ਦੀ ਕੈਲੀਫੋਰਨੀਅਸ ਰੇਜ਼ਨ ਵਰ ਮਸ਼ੀਨ ਪਿਕਡ, ਅਤੇ ਉਸ ਤੋਂ ਬਾਅਦ ਕੈਲੀਫੋਰਨੀਆ ਦੇ ਵਿੱਚ ਜਿਹੜੀ ਅੱਧ ਸੀ ਰੇਜ਼ਨਸ ਦਾ ਉਹ ਮਸ਼ੀਨ ਦੇ ਨਾਲ ਪਿਕ ਕੀਤੇ ਜਾਣ ਲੱਗ ਗਏ, ਅਤੇ ਜਿੱਥੇ 50,000 ਲੇਬਰ ਫੋਰਸ ਦੀ ਜ਼ਰੂਰਤ ਹੁੰਦੀ ਸੀ ਉਹ ਡਿਕਰੀਜ਼ ਹੋ ਕੇ 30,000 'ਤੇ ਆ ਗਈ. ਇੱਥੋਂ ਹੀ ਉਹਨਾਂ ਨੇ, ਲਿੰਡਾ ਅਤੇ ਫਿਲਿਪ ਮਾਰਟਿਨ ਨੇ ਇਹ ਚੀਜ਼ ਦੱਸੀ ਆ, ਇਕਨੋਮਿਕ ਫੈਕਟਰ ਨੇ ਜਿਹੜੇ ਆਫਨ ਡਰਾਈਵ ਕਰਦੇ ਨੇ ਕਿ ਡਿਵੈਲਪਮੈਂਟ ਹੋਈ ਆ ਆਪਣੇ ਕੋਲ ਮਸ਼ੀਨਰੀ ਦੀ, ਕਿ ਉਹਨਾਂ ਨੂੰ ਘਾਟਾ ਪੈ ਰਿਹਾ ਸੀ, ਪ੍ਰੋਫਿਟ ਹੋ ਨਹੀਂ ਰਹੇ ਸੀ. ਇਸੇ ਕਰਕੇ ਉਹਨਾਂ ਨੇ ਮਸ਼ੀਨਰੀ ਡਿਵੈਲਪ ਕਰਤੀ, ਕਿਉਂਕਿ ਉਹਨਾਂ ਦਾ ਸਭ ਤੋਂ ਵੱਧ ਜਿਹੜਾ ਖਰਚਾ ਸੀ ਉਹ ਮਜ਼ਦੂਰੀ ਦੇ ਉੱਤੇ ਜਾ ਰਿਹਾ ਸੀ, ਮਜ਼ਦੂਰਾਂ ਨੂੰ ਦੇਣ 'ਤੇ ਜਾ ਰਿਹਾ ਸੀ. 25 ਲੂਇਸ ਹੋਲੋਵੇ. ਪੈਰਾਗ੍ਰਾਫ ਈ ਦੇ ਵਿੱਚ ਸੈਕੰਡ ਲਾਈਨ, ਅਕੋਰਡਿੰਗ ਟੂ ਲੂਇਸ ਹੋਲੋਵੇ ਐਨ ਐਗਰੀਕਲਚਰ ਰਿਸਰਚਰ ਐਟ ਦੀ ਯੂਨੀਵਰਸਿਟੀ ਆਫ ਹਲ in the United Kingdom, robotic milking is expected to alter the genetics of dairy herds as producers choose robot-friendly cows with udder form and even attitudes suitable to automated milking. According to Louis Holloway, robotic milking is expected to alter the genetics of dairy herds. ਜਿਹੜੇ ਪਸ਼ੂ ਨੇ ਡੇਅਰੀ ਦੇ ਵਿੱਚ ਯੂਜ਼ ਹੁੰਦੇ ਨੇ ਅਤੇ ਉਹਨਾਂ ਨੂੰ ਰੋਬੋਟ ਦੇ ਨਾਲ ਮਿਲਕ ਕੀਤਾ ਜਾਂਦਾ, ਉਹਨਾਂ ਦਾ ਦੁੱਧ ਚੋਇਆ ਜਾਂਦਾ. ਜਿਹੜੇ ਪ੍ਰੋਡਿਊਸਰਸ ਨੇ ਉਹ ਚੂਜ਼ ਕਰਨਗੇ ਉਹਨਾਂ ਗਾਵਾਂ ਨੂੰ ਜਿਹੜੀਆਂ ਕਿ ਰੋਬੋਟ ਫਰੈਂਡਲੀ ਹੋਣਗੀਆਂ, ਅਤੇ ਉਹਨਾਂ ਦਾ ਐਟੀਟਿਊਡ ਵੀ ਆਟੋਮੇਟਡ ਮਿਲਕਿੰਗ ਵੱਲ ਹੀ ਜਾ ਰਿਹਾ, ਕਿ ਸਾਨੂੰ ਉਹੀ ਪਸ਼ੂ ਚਾਹੀਦੇ ਨੇ ਜਿਹੜੇ ਇਹਨਾਂ ਦੇ ਨਾਲ ਕੋਪ ਅਪ ਕਰ ਸਕਣ, ਜਿਹੜੇ ਇਹਨਾਂ ਦੇ ਨਾਲ ਕੰਫਰਟੇਬਲ ਹੋਣ. ਸਿਮਿਲਰਲੀ ਉਹ ਇਹ ਵੀ ਬਿਲੀਵ ਕਰਦਾ, ਐਗਰੀਵਰਡਸ ਮਾਈਟ ਇਫੈਕਟ ਵਿਚ ਫਰੂਟ ਐਂਡ ਵੈਜੀਟੇਬਲ ਟਾਈਪਸ ਰੀਚ ਦੀ ਮਾਰਕੀਟ. ਅਤੇ ਉਹ ਇਹ ਵੀ ਬਿਲੀਵ ਕਰਦਾ ਕਿ ਜਿਹੜੇ ਐਗਰੀਵਰਡਸ ਹੋਣਗੇ ਉਹ ਇਹ ਵੀ ਇਫੈਕਟ ਕਰਨਗੇ ਕਿ ਕਿਹੋ ਜਿਹਾ ਫਰੂਟ ਅਤੇ ਕਿਹੋ ਜਿਹਾ ਵੈਜੀਟੇਬਲ ਬਾਜ਼ਾਰ ਦੇ ਵਿੱਚ ਆਊਗਾ. ਉਸ ਦਾ ਰੀਜ਼ਨ ਇਹ ਆ, ਫਾਰਮਰਸ ਮੇ ਚੂਜ਼ ਟੂ ਪਲਾਂਟ ਦੋਜ਼ ਵਿਦ. ਫਾਰਮਰ ਸਿਰਫ ਉਹੀ ਪਲਾਂਟ ਕਰਨਾ ਚੂਜ਼ ਕਰਨਗੇ. ਫੋਰ ਇੰਸਟੈਂਸ
ਲੀਫ ਫਾਰਮਸ ਦੈਟ ਆਰ ਸਿੰਪਲਰ ਫॉर देयर ਰੋਬੋਟਸ ਟੂ ਡਿਸਟਿੰਗੁਇਸ਼ ਫਰੋਮ ਵੀਡਸ। ਉਹ ਉਹਨਾਂ ਨੂੰ ਹੀ ਪਲਾਂਟ ਕਰਨਾ ਪਸੰਦ ਕਰਨਗੇ ਜਿਨ੍ਹਾਂ ਦੇ ਪੱਤੇ ਆਸਾਨੀ ਦੇ ਨਾਲ ਨਾ ਰੋਬੋਟਸ ਡਿਸਟਿੰਗੁਇਸ਼ ਕਰ ਸਕਣ ਕਿ ਇਹ ਵੀਡ ਆ ਜੋ ਮੈਂ ਖ਼ਤਮ ਕਰਨਾ ਅਤੇ ਇਹ ਪਲਾਂਟ ਆ, ਕਰੋਪ ਆ ਜਿਹਨੂੰ ਮੈਂ ਬਚਾਉਣਾ। ਉਹ ਉਹੀ ਫਸਲਾਂ ਬੀਜਣਗੇ ਜਿਨ੍ਹਾਂ ਦੇ ਪੱਤੇ ਨਾ ਈਜ਼ਲੀ ਰੋਬੋਟਸ ਡਿਸਟਿੰਗੁਇਸ਼ ਕਰ ਸਕਣ। ਕਿਉਂਕਿ ਆਪਾਂ ਜਿਵੇਂ ਪੜ੍ਹ ਕੇ ਆਏ ਕਿ ਐਗਰੀਵਰਸ ਜਿਹੜੇ ਹੋਣਗੇ ਉਹ ਲੇਜ਼ਰ ਦੇ ਨਾਲ ਜਾਂ ਕੈਮੀਕਲਸ ਦੇ ਨਾਲ ਜਿਹੜੇ ਵੀਡ ਹੋਣਗੇ ਉਹਨਾਂ ਨੂੰ ਖ਼ਤਮ ਕਰਨਗੇ। ਅਤੇ ਜੇ ਉਹਨਾਂ ਦੇ ਪੱਤੇ ਫਸਲ ਦੇ ਵੀ ਮਿਲਦੇ ਹੋਣਗੇ ਅਤੇ ਵੀਡ ਦੇ ਵੀ ਮਿਲਦੇ ਹੋਣਗੇ ਫਿਰ ਉਹਨਾਂ ਨੂੰ ਬਹੁਤ ਪ੍ਰੋਬਲਮ ਹੋਊਗੀ ਇਸ ਚੀਜ਼ ਦੇ ਵਿੱਚ ਡਿਫਰੈਂਸ ਕਰਨ ਤੋਂ। ਇਸੇ ਕਰਕੇ ਜਿਹੜੇ ਫਾਰਮਰਸ ਨੇ ਉਹੋ ਜਿਹੀਆਂ ਫਸਲਾਂ ਲਾਉਣਗੇ ਜਿਨ੍ਹਾਂ ਦੇ ਪੱਤੇ ਆਸਾਨੀ ਦੇ ਨਾਲ ਡਿਸਟਿੰਗੁਇਸ਼ ਕੀਤੇ ਜਾ ਸਕਣ ਐਗਰੀਵਰਸ ਦੁਆਰਾ। ਸੋ ਇੱਥੇ ਦਾ ਆਨਸਰ ਹੋ ਗਿਆ ਏ, ਦੀ ਯੂਜ਼ ਆਫ ਆਟੋਮੇਸ਼ਨ ਮਾਈਟ ਇੰਪੈਕਟ ਔਨ ਦੀ ਡਿਵੈਲਪਮੈਂਟ ਆਫ ਪਰਟੀਕੂਲਰ ਐਨੀਮਲ ਔਰ ਪਲਾਂਟ ਸਪੀਸੀਜ਼। ਆਪਾਂ ਨੇ ਉੱਤੇ ਵੀ ਪੜ੍ਹਿਆ ਸੀ ਕਿ ਜੈਨੇਟਿਕਲੀ ਅਲਟਰ ਕਰਨਗੇ ਆਪਣੇ ਕੋਲੇ ਹਰਡਸ, ਡੈਰੀ ਹਰਡਸ, ਐਜ਼ ਪ੍ਰੋਡਿਊਸਰ ਚੂਜ਼ ਰੋਬੋਟ ਫਰੈਂਡਲੀ ਕਾਊਸ। ਨੈਕਸਟ 26 ਸਲਾਹ। ਨੈਕਸਟ ਲਾਈਨਸ ਦੇ ਵਿੱਚ ਦੀਜ਼ ਡਿਵਾਈਸਿਸ ਵਿਲ ਵੈਰੀ ਸਰਟਨਲੀ ਚੇਂਜ ਦੀ ਲੈਂਡਸਕੇਪ ਐਜ਼ ਵੈਲ। ਇਹ ਜਿਹੜੇ ਡਿਵਾਈਸਿਸ ਹੋਣਗੇ ਲੈਂਡਸਕੇਪ ਨੂੰ ਵੀ ਚੇਂਜ ਕਰਨਗੇ, ਜੋ ਦ੍ਰਿਸ਼ ਆਪਣੇ ਕੋਲੇ ਖੇਤ ਹੋਣਗੇ। ਅਕੋਰਡਿੰਗ ਟੂ ਸਲਾਹ, a robotic researcher at the Australian Centre for Field Robotics in Sydney, true tipping point for robot agriculture will occur when farms are planned with agri-bots in mind। ਆਪਣੇ ਕੋਲੇ ਟਰੂ ਟਿਪਿੰਗ ਪੁਆਇੰਟ ਉਹ ਹੋਊਗਾ ਜਦੋਂ ਐਗਰੀਕਲਚਰ ਰੋਬੋਟਸ ਦੇ ਅਕੋਰਡਿੰਗ ਫਾਰਮਸ ਨੂੰ ਪਲਾਨ ਕੀਤਾ ਜਾਊਗਾ ਜਾਂ ਫਾਰਮਸ ਨੂੰ ਪਲਾਨ ਕੀਤਾ ਜਾਊਗਾ ਐਗਰੀਵਰਡਸ ਨੂੰ ਮਾਈਂਡ ਦੇ ਵਿੱਚ ਰੱਖ ਕੇ। ਇੱਥੇ ਜਿਵੇਂ ਇਹਨੇ ਕਿਹਾ, ਦਿਸ ਮਾਈਟ ਮੀਨ ਦੈਟ ਕਰੋਪਸ ਆਰ ਪਲਾਂਟਡ ਇਨ ਗ੍ਰਿਡਸ ਰੈਦਰ ਦੈਨ ਰੋਜ਼। ਜਿਹੜੀਆਂ ਫਸਲਾਂ ਹੋਣਗੀਆਂ ਉਹਨਾਂ ਨੂੰ ਗ੍ਰਿਡਸ ਦੇ ਵਿੱਚ ਪਲਾਂਟ ਕੀਤਾ ਜਾਊਗਾ, ਰੋਜ਼ ਦੇ ਵਿੱਚ ਨਹੀਂ। ਐਂਡ ਦੀ ਫਰੂਟ ਟਰੀਜ਼ ਆਰ ਟ੍ਰਿਮਡ ਇਨਟੂ 2 ਡਾਇਮੈਂਸ਼ਨ ਪੈਟਰਨ ਟੂ ਮੇਕ ਹਾਰਵੈਸਟਿੰਗ ਈਜ਼ੀਅਰ। ਐਗਰੀਵਰਡ ਵਧੀਆ ਤਰੀਕੇ ਦੇ ਨਾਲ ਹਾਰਵੈਸਟ ਕਰ ਸਕਣ, ਇਸੇ ਕਰਕੇ ਜਿਹੜੇ ਫਰੂਟ ਟਰੀਜ਼ ਹੋਣਗੇ ਉਹਨਾਂ ਨੂੰ 2 ਡਾਇਮੈਂਸ਼ਨਲ ਪੈਟਰਨ ਦੇ ਵਿੱਚ ਟ੍ਰਿਮ ਕੀਤਾ ਜਾਊਗਾ ਤਾਂ ਕਿ ਐਗਰੀਵਰਡਸ ਵਧੀਆ ਤਰੀਕੇ ਦੇ ਨਾਲ ਉੱਥੇ ਕੰਮ ਕਰ ਸਕਣ। ਦਿਸ ਐਕਸਟਰਾ ਟੈਰੀਸ਼ੀਅਲ environment nurtured by robots, he agrees, is still a long way off but it will happen। ਇਹ ਕਹਿੰਦਾ ਬਹੁਤ ਦੇਰ ਬਾਅਦ ਆਊਗਾ ਪਰ ਇਹ ਆਊਗਾ ਜ਼ਰੂਰ। ਸੋ ਇੱਥੇ 26 ਦਾ ਆਨਸਰ ਡੀ, as farming becomes more automated the appearance of farmland will change। ਇੱਥੇ ਇਹਨੇ ਕਿਹਾ ਜਿਵੇਂ ਫਾਰਮਿੰਗ ਜ਼ਿਆਦਾ ਆਟੋਮੇਟਡ ਹੋ ਰਹੀ ਹੈ, ਜਿਹੜੀ ਫਾਰਮਲੈਂਡ ਆ ਉਹਦੀ ਵੀ ਅਪੀਅਰੈਂਸ ਚੇਂਜ ਹੋਊਗੀ।